ਅੰਮ੍ਰਿਤ ਦਾ ਵੇਲਾ ਹੋਇਆ ਤੇ ਬੜੀ ਜਲਦੀ ਦੇ ਨਾਲ ਉੱਠੇ ਨੇ। ਅੱਜ ਕੁਝ ਕਾਹਲੀ ਜਿਹੀ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਖਿੱਚ ਪੈਂਦੀ ਹੈ, ਧੂ ਪੈਂਦੀ ਹੁੰਦੀ ਜਿਵੇਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜਲਦੀ ਦੇ ਨਾਲ ਉੱਠ ਕੇ ਸਤਿਗੁਰਾਂ ਨੇ ਸਾਰੇ ਕੰਮ ਜਿਹੜੇ ਨੇ ਅੰਮ੍ਰਿਤ ਵੇਲੇ ਦੇ, ਸ਼ੌਚ ਇਸ਼ਨਾਨ ਕਰਨਾ, ਤਿਆਰ ਹੋਣਾ, ਫਿਰ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਜੁੜ ਜਾਣਾ, ਫਿਰ ਸੰਗਤਾਂ ਨੂੰ ਦਰਸ਼ਨ ਦੇਣੇ, ਸੰਗਤਾਂ ਦੇ ਨਾਲ ਬਚਨ ਕਰਨੇ। ਪਰ ਇੱਦਾਂ ਜਾਪਦਾ ਆ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੁਝ ਜਲਦੀ ਹੁੰਦੀ। ਇੱਦਾਂ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਲੱਗਦਾ। ਸਾਰਾ ਜਦੋਂ ਦਿਨ ਦਾ ਅੰਮ੍ਰਿਤ ਵੇਲੇ ਦਾ ਨੇਮ ਜਦੋਂ ਨਿਭ ਗਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮੇਦਨੀ ਪ੍ਰਕਾਸ਼ ਜਿਹੜਾ ਆ, ਮਾਫ ਕਰਨਾ, ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਦੀ ਧਰਤੀ 'ਤੇ ਨੇ, ਕਿਉਂਕਿ ਮੇਦਨੀ ਪ੍ਰਕਾਸ਼ ਜਿਹੜਾ ਪਾਉਂਟਾ ਸਾਹਿਬ ਨਾਹਨ ਦੇ ਵਿੱਚ ਰਹਿੰਦਾ ਪਿਆਰਿਓ। ਇੱਥੇ ਹੀ ਨੇੜੇ ਸਤਿਗੁਰੂ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ ਜਿਹੜਾ ਨਗਰ ਜਿਹੜਾ ਕਹਿ ਲਓ ਜਾਂ ਗੁਰਧਾਮ ਇੱਥੇ ਵਸਾਇਆ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਰਾਜੇ ਕੋਲ ਗਏ ਨੇ ਪਾਉਂਟਾ ਸਾਹਿਬ, ਇੱਥੇ ਰਾਜੇ ਨੂੰ ਮਿਲੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਰਾਜਾ ਅੱਜ ਕੁਝ ਕੰਮ ਆ ਤੇ ਮੇਰੇ ਨਾਲ ਚੱਲ। ਤੇ 5-6 ਕੁਹਾਰ ਜਿਹੜੇ ਨੇ ਬੰਦੇ ਆਦਮੀ ਜਿਹੜੇ ਨੇ ਆਪਣੇ ਨਾਲ ਲੈ ਲਵੀਂ, ਕੰਮ ਕਰਨ ਵਾਲੇ ਜਾਂ ਸਾਡੇ ਨਾਲ ਜਿਹੜੇ ਚੱਲ ਸਕਣ। ਰਾਜੇ ਨੇ ਪੁੱਛਿਆ ਨਹੀਂ, ਕਿਉਂਕਿ ਆਗਿਆਕਾਰੀ ਹੋ ਚੁੱਕਾ ਸੀ। ਮੇਦਨੀ ਪ੍ਰਕਾਸ਼ ਰਾਜਾ ਸਾਰੀ ਤਿਆਰੀ ਕਰ ਲਈ, ਜਿਵੇਂ ਜਿਵੇਂ ਮਹਾਰਾਜ ਦਾ ਹੁਕਮ ਹੋਇਆ। ਪਾਤਸ਼ਾਹ ਕਹਿੰਦੇ ਹੋ ਸਕਦਾ ਸਾਨੂੰ ਕੁਝ ਦਿਨ ਵੀ ਲੱਗ ਜਾਣ ਜਾਂਦੇ ਆ। ਮਹਾਰਾਜ ਕਹਿੰਦੇ ਹੋ ਸਕਦਾ ਸਾਨੂੰ ਕੁਝ ਦਿਨ ਵੀ ਲੱਗ ਜਾਣ, ਪਰ ਤੁਸੀਂ ਜਲਦੀ ਤਿਆਰੀ ਕਰਵਾ ਲਓ, ਖੁਦ ਵੀ ਤਿਆਰ ਹੋ ਜਾਓ। ਫਿਰ ਰਾਜੇ ਨੇ ਤਿਆਰ ਹੋਣਾ ਕੀਤਾ। ਕਲਗੀਧਰ ਪਾਤਸ਼ਾਹ ਜੀ ਵੀ ਘੋੜੇ 'ਤੇ ਸਵਾਰ ਹੋ ਗਏ, ਨਾਲ ਕੁਝ ਕੁ ਗਿਣਤੀ ਦੇ, ਜ਼ਿਆਦਾ ਨਹੀਂ, ਕੁਝ ਕੁ ਸਿੱਖ ਜਿਹੜੇ ਸਿੰਘ ਜਿਹੜੇ ਮਹਾਰਾਜ ਦੇ ਨਾਲ ਚੱਲੇ। ਸਤਿਗੁਰੂ ਪਾਤਸ਼ਾਹ ਜੀ ਇੱਧਰੋਂ ਚਾਲੇ ਪਾ ਦਿੱਤੇ ਤੇ ਪਿਆਰੇ ਉੱਧਰ ਇੱਕ ਜੋਗੀ, ਇੱਕ ਰਿਖੀ ਜਿਹੜਾ ਆ ਮਹਾਰਾਜ ਨੂੰ ਯਾਦ ਕਰਦਾ। ਇਹ ਉਹ ਰਿਖੀ ਹੈ ਜਿਹਦੇ ਬਾਰੇ ਆਪਾਂ ਪਹਿਲੇ ਪਿਛਲੀਆਂ ਵਿਚਾਰਾਂ ਵਿੱਚ ਸਾਂਝ ਪਾਈ ਸੀ ਕਿ ਮੇਦਨੀ ਪ੍ਰਕਾਸ਼ ਨੂੰ ਇਸੇ ਰਿਖੀ ਨੇ ਗੁਰੂ ਸਾਹਿਬ ਦੀਆਂ ਝਲਕਾਂ ਦੱਸੀਆਂ ਸਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਦੱਸਿਆ ਸੀ ਤੇ ਆਖਿਆ ਸੀ, ਰਾਜਨ ਜੇਕਰ ਐਸੇ ਅਵਤਾਰ, ਐਸੇ ਅਵਲੀਏ ਮਹਾਂਪੁਰਖ ਪਰਮਾਤਮਾ ਸਰੂਪ ਤੁਹਾਨੂੰ ਕਿਤੇ ਮਿਲ ਗਏ ਤੇ ਮੈਨੂੰ ਵੀ ਦਰਸ਼ਨ ਦੀਦਾਰ ਕਰਵਾ ਦੇਵੀਂ। ਪਰ ਰਾਜਾ ਭੁੱਲ ਗਿਆ, ਕਿਉਂਕਿ ਲੋੜ ਜਦੋਂ ਹੁੰਦੀ ਆ ਨਾ ਤੇ ਚੇਤਾ ਕਹਿੰਦੇ ਸਾਣ ਤੇ ਲੱਗਾ ਹੁੰਦਾ। ਚੇਤਾ ਸਾਣ ਤੇ ਲੱਗਾ ਹੁੰਦਾ। ਜਦੋਂ ਲੋੜ ਹੁੰਦੀ ਹੈ ਬੰਦੇ ਨੂੰ ਹਰੇਕ ਚੀਜ਼ ਯਾਦ ਹੁੰਦੀ। ਜਿਵੇਂ ਹੀ ਲੋੜ ਖਤਮ ਹੋ ਜਾਂਦੀ ਹੈ ਤੇ ਪਿਆਰਿਓ ਚੇਤਾ ਵੀ ਭੁੱਲ ਜਾਂਦਾ, ਖਤਮ ਹੋ ਜਾਂਦਾ ਚੇਤਾ ਵੀ। ਬੰਦੇ ਦਾ ਚੇਤਾ ਉਦੋਂ ਭੁੱਲ ਜਾਂਦਾ ਜਦੋਂ ਲੋੜ ਨਹੀਂ ਹੈਗੀ, ਤੇ ਜਦੋਂ ਲੋੜ ਹੁੰਦੀ ਹੈ ਉਦੋਂ ਚੇਤਾ ਐਨ ਪੂਰੀ ਤਰ੍ਹਾਂ ਤਿੱਖਾ ਹੋਇਆ ਹੁੰਦਾ। ਹੁਣ ਰਾਜੇ ਦੀ ਲੋੜ ਪੂਰੀ ਹੋ ਚੁੱਕੀ ਸੀ, ਕਿਉਂਕਿ ਜੰਗ ਦਾ ਮਾਹੌਲ ਬਣਿਆ ਸੀ ਤੇ ਗੁਰੂ ਸਾਹਿਬ ਨੂੰ ਲੱਭਦਾ ਫਿਰਦਾ ਸੀ। ਹੁਣ ਮਹਾਰਾਜ ਤੇ ਲੱਭ ਗਏ, ਇਹਦਾ ਕੰਮ ਵੀ ਸਵਰ ਗਿਆ। ਗੁਰੂ ਸਾਹਿਬ ਇਹਨੂੰ ਮਿਲ ਗਏ, ਸੁਲਾਹ ਇਹਦੀ ਹੋ ਗਈ ਰਾਜੇ ਫਤਿਹ ਸ਼ਾਹ ਦੇ ਨਾਲ। ਪਰ ਇਹਨੂੰ ਹੁਣ ਉਹ ਰਿਖੀ, ਉਹ ਬ੍ਰਾਹਮਣ ਜਿਹੜਾ ਸੀ ਸਾਧ ਸੰਗਤ ਤੋਂ ਭੁੱਲ ਗਿਆ ਕਿ ਉਹਨੇ ਕਿਹਾ ਸੀ ਮੈਨੂੰ ਵੀ ਦੀਦਾਰ ਕਰਵਾ ਦੇਵੀਂ। ਤੇ ਮੈਂ ਬੇਨਤੀ ਕੀਤੀ ਸੀ ਪਿਆਰੋ, ਬੜੇ ਸਾਲਾਂ ਤੋਂ ਇਹ ਤਪ ਕਰਦਾ ਸੀ, ਬੜੇ ਸਾਲਾਂ ਤੋਂ ਭਾਲ ਵਿੱਚ ਸੀ ਦੀਦਾਰ ਕਰਨ ਦੇ। ਧਿਆਨ ਕਿਵੇਂ ਲਾਉਣਾ ਆ, ਸਿਮਰਨ ਕਿਵੇਂ ਕਰਨਾ, ਸਾਰੀਆਂ ਜਾਚਾਂ ਇਹਨੇ ਸਿੱਖੀਆਂ ਹੋਈਆਂ ਨੇ। ਪਰ ਪਿਆਰਿਓ ਅਜੇ ਉਹ ਖੇਡ ਨਹੀਂ ਸੀ ਬਣਦੀ ਪਈ, ਅਜੇ ਉਹ ਗੱਲ ਨਹੀਂ ਸੀ ਬਣੀ ਜਿਹਦੇ ਬਾਰੇ ਬਾਬਾ ਫਰੀਦ ਸਾਹਿਬ ਜੀ ਵੀ ਬਖਸ਼ੀ ਕਰਦੇ ਨੇ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਕਹਿੰਦੇ ਨੇ ਕਾਂ ਜਿਹੜੇ ਜਿਵੇਂ ਤਸਵੀਰ ਬਣਾਈ ਆ ਕਿ ਉਹਨਾਂ ਨੇ ਸਾਰਾ ਮਾਸ ਸਰੀਰ ਦਾ ਖਾ ਲਿਆ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹ ਮੇਰੇ ਦੋ ਨੈਣ ਅੱਖਾਂ ਜਿਹੜੀਆਂ ਇਹਨਾਂ ਨੂੰ ਨਾ ਛੋਇਓ, ਇਹਨਾਂ ਦੇ ਵਿੱਚ ਆਪਣੀ ਚੁੰਝ ਨਾ ਮਾਰ ਦਿਓ, ਕਿਉਂਕਿ ਅਜੇ ਵੀ ਮੈਨੂੰ ਆਸ ਹੈਗੀ ਆ ਕਿ ਪਰਮਾਤਮਾ ਦਿਸ ਜਾਏਗਾ, ਉਹਦੇ ਦੀਦਾਰ ਹੋ ਜਾਣਗੇ, ਅਜੇ ਵੀ ਮੈਨੂੰ ਇਹ ਆਸ ਹੈਗੀ ਹੈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਇੱਕ ਥਾਂ ਤੇ ਇਹ ਵੀ ਕਹਿੰਦੇ ਨੇ
ਕਿ ਅਬ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਇਦਾਂ ਦਾ ਕਹਿੰਦੇ ਸਰੀਰ ਦਾ ਹਾਲ ਹੋ ਗਿਆ। ਹੁਣ ਤੇ ਸਰੀਰ ਨਾਸ਼ ਹੋਣ ਵਾਲਾ, ਖਤਮ ਹੋ ਚੱਲਾ ਪਰ ਮੇਰੇ ਭਾਗ ਕਹਿੰਦੇ ਇਦਾਂ ਦੇ ਨੇ, ਅਜੇ ਵੀ ਰੱਬ ਨਹੀਂ ਬਹੁੜਿਆ, ਅਜੇ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਈ। ਇਹੀ ਹਾਲ ਇਸ ਰਿਖੀ ਦਾ ਵੀ ਹੋ ਚੁੱਕਾ ਸੀ ਪਿਆਰਿਓ। ਸਰੀਰ ਬੜਾ ਬਿਰਧ ਹੋ ਗਿਆ, 100 ਸਾਲ ਤੋਂ ਉਮਰ ਜਿਹੜੀ ਆਯੂ ਲੰਘ ਗਈ, ਟੱਪ ਗਈ ਹੈ, ਤੇ ਸਰੀਰ ਬੜਾ ਬਜ਼ੁਰਗ ਹੋ ਗਿਆ। ਪਰ ਸੁਰਤ ਜਿਹੜੀ ਹੈ ਕਈ ਵਾਰ ਤੇ ਉਦਾਸ ਹੁੰਦਾ, ਪਰ ਫਿਰ ਨਾਮ ਵਿੱਚ ਜੁੜ ਜਾਂਦਾ ਸੀ ਕਿ ਕਿਤੇ ਸ਼ਾਇਦ ਸਾਈਂ ਨੂੰ ਤਰਸ ਆ ਜਾਵੇ ਤੇ ਮੇਲ ਹੋ ਜਾਵੇ, ਮਿਲਾਪ ਹੋ ਜਾਵੇ। ਕਿਉਂਕਿ ਮਸਕੀਨ ਜੀ ਵੀ ਕਹਿੰਦੇ ਹੁੰਦੇ ਸਨ, ਇਹ ਤੋਂ ਪਹਿਲਾਂ ਕਿ ਤੇਰਾ ਇੱਕ ਪੈਰ ਕਬਰ ਤੱਕ ਜਾਵੇ, ਤੇਰਾ ਇੱਕ ਪੈਰ ਕਬਰ ਤੱਕ ਜਾਵੇ, ਉਹ ਤੋਂ ਪਹਿਲਾਂ ਨਿਰੰਕਾਰ ਦੇ ਘਰ ਵਿੱਚ ਇੱਕ ਆਪਣਾ ਪੈਰ ਰੱਖ ਦੇਈਂ, ਇੱਕ ਕਦਮ ਜਿਹੜਾ ਨਿਰੰਕਾਰ ਦੇ ਘਰ ਵਿੱਚ ਰੱਖ ਲਈ, ਬਚ ਜਾਏਗਾ ਕਬਰ ਤੇ ਜਾਣ ਤੋਂ ਪਹਿਲਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਧ ਸੰਗਤ ਜੀ, ਇਹ ਰਿਖੀ ਵੀ ਇਹੀ ਲੋਚਾ ਸੀ ਇਹਦੇ ਮਨ ਦੀ ਕਿ ਮੇਰੇ ਸਰੀਰ ਦਾ ਨਾਸ਼ ਹੋਣ ਤੋਂ ਪਹਿਲਾਂ ਪਰ ਭਗਵਾਨ ਦੇ ਦੀਦਾਰ ਹੋ ਜਾਣ, ਪ੍ਰਭੂ ਦੇ ਦਰਸ਼ਨ ਹੋ ਜਾਣ। ਤੇ ਇਹਨੂੰ ਇੱਕ ਝਲਕਾਂ ਪਈਆਂ ਸਨ, ਜਿਵੇਂ ਪਰਮਾਤਮਾ ਆਪ ਸੰਸਾਰ ਤੇ ਆ ਗਿਆ ਹੁੰਦਾ। ਇਹਨੇ ਉਹ ਸਾਰੀਆਂ ਨਿਸ਼ਾਨੀਆਂ ਰਾਜੇ ਨੂੰ ਦੱਸੀਆਂ ਸਨ। ਜਦੋਂ ਰਾਜੇ ਨੂੰ ਲੋੜ ਸੀ, ਰਾਜੇ ਨੂੰ ਦੱਸੀਆਂ ਸੀ ਤੇ ਨਾਲ ਇਹ ਆਖਿਆ ਸੀ ਮੈਨੂੰ ਦੀਦਾਰ ਕਰਵਾ ਦੇਵੀਂ ਜੇ ਤੈਨੂੰ ਮਿਲ ਗਏ ਸਤਿਗੁਰੂ। ਪਰ ਰਾਜੇ ਦਾ ਕੰਮ ਨਿਬੜ ਗਿਆ, ਉਹਦਾ ਸਰ ਗਿਆ, ਜੋ ਉਹਦਾ ਕੰਮ ਸੀ, ਲੋੜ ਸੀ, ਉਹ ਪੂਰੀ ਹੋ ਗਈ। ਉਹਨੂੰ ਹੁਣ ਰਿਖੀ ਦਾ ਯਾਦ ਨਹੀਂ ਰਿਹਾ, ਉਹਨੂੰ ਉਹ ਬ੍ਰਾਹਮਣ ਯਾਦ ਨਹੀਂ ਰਿਹਾ ਕਿ ਉਹਨੂੰ ਵੀ ਮੈਂ ਦੀਦਾਰ ਕਰਵਾ ਦੇਵਾਂ। ਪਰ ਅੱਜ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਧੂ ਪਈ ਹੈ। ਕਿਉਂਕਿ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਦੋਂ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਸੱਦਾ ਭੇਜਿਆ ਨਾ ਕਿ ਮਹਾਰਾਜ ਸਾਡੀ ਬਾਂਹ ਫੜ ਲਓ, ਸਾਡਾ ਸਾਥ ਦਿਓ। ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਦਰਬਾਰ ਸਭ ਦਾ ਸਾਥ ਦਿੰਦਾ, ਸਭ ਨੂੰ ਢੋਈ ਦਿੰਦਾ, ਤੇ ਸਾਨੂੰ ਵੀ ਸਾਥ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਲੋੜ ਆ ਤੁਹਾਡੀ, ਪਾਤਸ਼ਾਹ ਹੱਥ ਬਾਂਹ ਫੜ ਲਓ ਸਾਡੀ। ਤੇ ਉਦੋਂ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਤੇ ਜਲਦੀ ਦੇ ਨਾਲ ਕੀਤੀ। ਕਿਉਂਕਿ ਮਹਾਰਾਜ ਨੂੰ ਕੋਈ ਹੋਰ ਉੱਥੇ ਖਿੱਚ ਪੈਂਦੀ ਸੀ। ਉਹ ਇਹ ਖਿੱਚ ਵੀ ਹੈ ਇੱਕ ਉਹਦੇ ਵਿੱਚੋਂ, ਜਿਹੜਾ ਇਹ ਰਿਖੀ ਦਾ ਸਮਾਂ ਆ ਗਿਆ ਸੀ ਨੇੜੇ। ਹੁਣ ਪਿਆਰਿਓ ਦੂਜੇ ਇੱਧਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਰਾਜੇ ਦੇ ਨਾਲ ਚੱਲ ਪਏ ਨੇ, ਉਧਰ ਰਿਖੀ ਪਿਆਰਿਓ ਪਹਾੜੀਆਂ ਦੇ ਇਲਾਕੇ ਦੇ ਵਿੱਚ ਕੱਲਾ ਹੀ ਤਪ ਕਰਦਾ। ਤੇ ਇੱਕ ਸਾਧ ਸੰਗਤ ਦੇ ਚੰਦੋ ਨਾਮ ਦਾ ਬਾਲਕ ਜਿਹੜਾ ਇਹਦੇ ਨੇੜੇ ਗਊਆਂ ਚਾਰਦਾ, ਕੁਝ ਕੁ ਪਸ਼ੂ ਨੇ ਇਹਦੇ ਕੋਲੋਂ ਚਾਰਦਾ ਆ। ਇਹਦੀ ਮਾਂ ਜਿਹੜੀ ਆ ਉਹ ਚੜ੍ਹਾਈ ਕਰ ਚੁੱਕੀ ਆ ਤੇ ਕੋਈ ਨਹੀਂ ਇਹਦਾ ਹੈਗਾ। ਇੱਕ ਉਹ ਰਿਖੀ ਸੀ, ਜਿਵੇਂ ਇਹਨੇ ਉਹਨੂੰ ਆਪਣਾ ਬਣਾਇਆ ਹੋਇਆ ਸੀ। ਇਹਨੇ ਸਾਰਾ ਦਿਨ ਗਾਵਾਂ ਚਾਰਨੀਆਂ ਤੇ ਪਿਆਰਿਓ ਦੋਨੋਂ ਟਾਈਮ ਉਹਨਾਂ ਦਾ ਦੁੱਧ ਚੋ ਕੇ ਉਸ ਰਿਖੀ ਨੂੰ ਪਿਲਾਣਾ ਤੇ ਆਪ ਖੁਦ ਵੀ ਪੀਣਾ। ਥੋੜਾ ਜਿਹਾ ਸਿੱਧੇ ਸੁਭਾਅ ਦਾ, ਭੋਲੇਪਨ ਦਾ ਸੀ। ਪਤਾ ਕਿਉਂ? ਕਿਉਂਕਿ ਉਹਨੇ ਦੁਨੀਆ ਨਹੀਂ ਸੀ ਵੇਖੀ, ਉਹਨੇ ਉਸ ਇਲਾਕੇ ਚੋਂ ਬਾਹਰ ਨਹੀਂ ਸੀ ਕਦੇ ਆਇਆ, ਜਿੱਥੇ ਵਸੋਂ ਹੈ, ਜਿੱਥੇ ਲੋਕਾਂ ਦੀ ਵਸੋਂ ਹੈ ਨਾ, ਉਹ ਉਧਰ ਨਹੀਂ ਸੀ ਆਇਆ। ਇਸ ਕਰਕੇ ਉਹਦਾ ਸੁਭਾਅ ਬੜਾ ਭੋਲੇ ਭਾਅ ਦਾ ਸੀ। ਤੇ ਪਿਆਰਿਓ ਉਹ ਇਹਦੀ ਰਿਖੀ ਦੀ ਸੇਵਾ ਕਰਦਾ ਸੀ। ਕਈ ਵਾਰ ਇਹਦੇ ਕੋਲ ਬਹਿ ਕੇ ਗੱਲਾਂ ਸੁਣਨੀਆਂ। ਪਰ ਹੁਣ ਜਿਵੇਂ ਸਮਾਂ ਉਹਦਾ ਪੂਰਾ ਹੁੰਦਾ ਜਾਂਦਾ ਨਾ ਰਿਖੀ ਦਾ, ਉਹਦੇ ਜਦੋਂ ਜਿਵੇਂ ਗੱਲਾਂ ਉਹਦੀਆਂ ਸੁਣਦਾ ਤੇ ਇਹ ਬਾਲਕ ਨੂੰ ਵੀ ਉਦਾਸੀ ਛਾਈ ਜਾਂਦੀ। ਕਿਉਂਕਿ ਰਿਖੀ ਕਹਿੰਦਾ ਕਿ ਮੈਂ ਕਿਸੇ ਦੀ ਭਾਲ ਵਿੱਚ ਹਾਂ, ਪਰ ਮੈਨੂੰ ਲੱਗਦਾ ਮਿਲਣਾ ਨਹੀਂ। ਜਿਵੇਂ ਉਹ ਵੈਰਾਗ ਦੀਆਂ ਗੱਲਾਂ ਕਰਦਾ ਤੇ ਬਾਲਕ ਦੇ ਹਿਰਦੇ ਵਿੱਚ ਵੀ ਵੈਰਾਗ ਆਉਂਦਾ। ਰਿਖੀ ਕਈ ਵਾਰੀ ਰੋ ਪੈਂਦਾ, ਉਹ ਰੋਂਦਾ ਤੇ ਨਾਲ ਪਿਆਰੇ ਬਾਲਕ ਵੀ ਰੋ ਪੈਂਦਾ ਆ। ਫਿਰ ਇੱਕ ਦੂਜੇ ਨੂੰ ਇਹ ਭਰੋਸਾ ਦਿੰਦੇ। ਉਹ ਰਿਖੀ ਨਾਮ ਵਾਲਾ ਸੀ, ਉਹ ਫਿਰ ਬਾਲਕ ਨੂੰ ਵੀ ਸਮਝਾਉਂਦਾ ਕਿ ਕੋਈ ਨਹੀਂ, ਆਏਗਾ ਜਿੱਦਾਂ ਮੈਂ ਇੰਤਜ਼ਾਰ ਕਰ ਰਿਹਾ, ਉਹ ਜ਼ਰੂਰ ਮਿਲਣ ਆਏਗਾ। ਪਰ ਪਿਆਰਿਓ ਸਮਾਂ ਇੱਦਾਂ ਦਾ ਆ ਗਿਆ ਕਿ ਉਹਦਾ ਸਰੀਰ ਹੁਣ ਜ਼ਿਆਦਾ ਖਤਮ ਹੋਣ ਲੱਗ ਪਿਆ। ਜਿਵੇਂ ਆਪਾਂ ਕਹਿੰਦੇ ਨਾ ਸੱਤਿਆ ਹੀ ਮੁੱਕ ਗਈ ਸਰੀਰ ਵਿੱਚੋਂ, ਇੱਦਾਂ ਦਾ ਉਹਦਾ ਹਾਲ ਹੋਣ ਲੱਗ ਪਿਆ। ਐਸੇ ਉਦਾਸੀ ਅੱਜ ਛਾਈ ਹੈ। ਉਸ ਬਾਲਕ ਨੂੰ ਕਹਿੰਦਾ, ਚੰਦੋ ਮੈਨੂੰ ਲੱਗਦਾ ਕਿ ਮੇਰਾ ਹੁਣ ਸਰੀਰ ਜਿਹੜਾ ਖਤਮ ਹੋ ਜਾਣਾ, ਮੈਂ ਮਰ ਜਾਣਾ, ਮੇਰੀ ਆਸ ਜਿਹੜੀ ਸੀ ਨਾ ਉਹ ਪੂਰੀ ਨਹੀਂ ਹੋ ਪਾਉਣੀ। ਇਹ ਜਿੱਦਾਂ ਇੱਦਾਂ ਆਖਿਆ ਨਾ ਤੇ ਨਾਲ ਹੀ ਚੰਦੋ ਕਹਿੰਦੇ ਰੋਣ ਲੱਗ ਪਿਆ। ਕਹਿੰਦਾ ਇੱਕ ਸਮਾਂ ਉਹ ਵੀ ਸੀ, ਮੇਰੀ ਮਾਂ ਨੇ ਵੀ ਆਖਿਆ ਸੀ, ਪੁੱਤਰਾ ਮੈਨੂੰ ਲੱਗਦਾ ਮੈਂ ਮਰ ਜਾਣਾ ਹੈ। ਉਦੋਂ
ਉਹਦਾ ਉਹ ਆਸਰਾ ਮਾਂ ਦਾ ਸੀ ਜਿਹੜਾ ਸਿਰ ਤੋਂ ਉਹਦੇ ਉੱਠ ਗਿਆ ਸੀ। ਤੇ ਅੱਜ ਇੱਕੋ ਇੱਕ ਆਸਰਾ ਇਹਨੇ ਲਿਆ ਸੀ ਉਸ ਰਿਖੀ ਦਾ। ਉਹਨੂੰ ਆਪਣਾ ਸਭ ਕੁਝ ਮੰਨਿਆ ਹੋਇਆ ਸੀ, ਮਾਂ ਪਿਓ ਮਿੱਤਰ ਰਿਸ਼ਤੇਦਾਰ ਸਭ ਉਹਨੂੰ ਬਣਾਇਆ ਹੋਇਆ ਸੀ। ਉਹਦੇ ਨਾਲ ਰਹਿੰਦਾ ਸੀ, ਗੱਲਾਂ ਬਾਤਾਂ ਕਰਦਾ ਸੀ, ਉਹਦੀ ਸੇਵਾ ਕਰਦਾ ਸੀ। ਪਰ ਜਦੋਂ ਉਹਨੇ ਆਖਿਆ ਨਾ ਕਿ ਮੈਨੂੰ ਲੱਗਦਾ ਮੈਂ ਮਰ ਜਾਣਾ, ਤੇ ਰੋਣ ਲੱਗ ਪਿਆ। ਰਿਖੀ ਨੇ ਆਖਿਆ ਤੂੰ ਰੋ ਨਾ, ਜੇ ਕਿਤੇ ਤੈਨੂੰ ਜਿਨ੍ਹਾਂ ਨੂੰ ਮੈਂ ਉਡੀਕਦਾ ਪਿਆ, ਤੈਨੂੰ ਜੇ ਕਦੇ ਉਹ ਮਿਲੇ ਉਹਨਾਂ ਨੂੰ ਮੇਰਾ ਸੁਨੇਹਾ ਦੇ ਦੇਵੀਂ। ਇਹਨੇ ਕਈ ਗੱਲਾਂ ਸੁਣਾਈਆਂ ਕਿ ਜਮਨਾ ਦੇ ਤੱਟ ਤੇ ਮੈਂ ਤੁਹਾਡੀ ਬੜੀ ਉਡੀਕ ਕੀਤੀ ਹੈ, ਬੜਾ ਚਿਰ ਮੈਂ ਤੁਹਾਨੂੰ ਉਡੀਕਦਾ ਰਿਹਾ, ਪਰ ਮੈਂ ਹੁਣ ਤੁਰ ਚੱਲਾ। ਜੇ ਕਿਤੇ ਮੇਰੇ ਕੋਲ ਧਨ ਹੁੰਦਾ ਤੇ ਮੈਂ ਉਹ ਧਨ ਲਾ ਕੇ ਤੇ ਤੁਹਾਨੂੰ ਲੱਭ ਲੈਂਦਾ। ਜੇਕਰ ਮੇਰੇ ਕੋਲ ਮਨੁੱਖ ਹੁੰਦੇ, ਬੰਦੇ ਹੁੰਦੇ, ਤੇ ਮੈਂ ਉਹ ਬੰਦੇ ਲਾ ਕੇ ਤੁਹਾਡੀ ਭਾਲ ਕਰ ਲੈਂਦਾ। ਤੇ ਜੇਕਰ ਮੇਰੇ ਸਰੀਰ ਵਿੱਚ ਤਾਕਤ ਹੁੰਦੀ ਤੇ ਮੈਂ ਖੁਦ ਹੀ ਤੁਹਾਨੂੰ ਥਾਂ ਥਾਂ ਤੇ ਜਾ ਕੇ ਲੱਭ ਲੈਂਦਾ। ਪਰ ਮੈਂ ਸਿੱਖਦਾ ਹੋਇਆ, ਮੈਂ ਤਰਸਦਾ ਹੋਇਆ, ਤੇਰੇ ਦਰਸ਼ਨਾਂ ਤੋਂ ਬਿਨਾਂ ਝੱਲਾ ਹੋਇਆ ਮੈਂ ਇਸ ਦੁਨੀਆ ਤੋਂ ਕੂਚ ਕਰਨ ਲੱਗਾ ਵਾਂ, ਤੇ ਕਿਰਪਾ ਕਰਿਓ ਮੇਰੀ ਬਹੁੜੀ ਕਰਨੀ, ਭਾਵ ਮੇਰਾ ਭਲਾ ਕਰ ਦੇਣਾ ਮੇਰੇ ਜਾਣ ਤੋਂ ਬਾਅਦ ਵੀ। ਇੱਦਾਂ ਉਹ ਰਿਖੀ ਨੇ ਇਹਨੂੰ ਗੱਲਾਂ ਸਮਝਾਈਆਂ। ਤੇ ਉਹ ਬਾਲਕ ਭੋਲਾ ਆ, ਉਹਨੇ ਸਾਰੀਆਂ ਸੁਣੀਆਂ ਤੇ ਉਹ ਵਾਰ-ਵਾਰ ਚੇਤੇ ਕਰਕੇ ਨਾ ਕਈ ਵਾਰੀ ਉਹਨੇ ਰਿਖੀ ਨੂੰ ਸੁਣਾਉਣੀਆਂ। ਜੇ ਇੱਦਾਂ ਹੀ ਹੈ, ਵਾਰ-ਵਾਰ ਉਹਨੇ ਉਹੀ ਗੱਲਾਂ ਪੂਰੀਆਂ ਯਾਦ ਰੱਖਣੀਆਂ ਕਿ ਕੋਈ ਭੁੱਲ ਨਾ ਜਾਵੇ। ਸਾਰੀਆਂ ਲੈਣਾ ਯਾਦ ਕਰ ਲਈਆਂ, ਦੁਹਰਾ ਲਈਆਂ ਵਾਰ-ਵਾਰ, ਤੇ ਕਈ ਵਾਰੀ ਉਹਨੂੰ ਸੁਣਾਉਣੀਆਂ। ਫਿਰ ਪਿਆਰੋ ਅੱਜ ਨਾਲ ਉਹਨੇ ਰਿਖੀ ਨੇ ਆਖਿਆ ਕਿ ਜਦੋਂ ਮੇਰਾ ਸਰੀਰ ਖਤਮ ਹੋ ਜਾਵੇ ਨਾ, ਮੇਰਾ ਸਰੀਰ ਚੁੱਕ ਕੇ ਤੇ ਜਮਨਾ ਦੇ ਵਿੱਚ ਪ੍ਰਵਾਹ ਕਰ ਦੇਵੀਂ, ਮੈਨੂੰ ਜਮਨਾ ਦੇ ਵਿੱਚ ਰੋੜ ਦੇਈ। ਤੇ ਉਹਨਾਂ ਜਿਨ੍ਹਾਂ ਦੀ ਮੈਂ ਉਡੀਕ ਕਰਦਾ ਜਦੋਂ ਕਿਤੇ ਆਏ ਤੇ ਉਹਨਾਂ ਨੂੰ ਮੇਰਾ ਬਸ ਸੁਨੇਹਾ ਦੇ ਦੇਵੀਂ, ਤੇਰਾ ਪ੍ਰਮਾਤਮਾ ਭਲਾ ਕਰੇਗਾ। ਉਹਨੇ ਮੈਂ ਦਿਲ ਤੇ ਪੱਥਰ ਰੱਖ ਕੇ ਸਾਰੀਆਂ ਗੱਲਾਂ ਸੁਣ ਲਈਆਂ, ਤੇ ਉਹ ਗੱਲਾਂ ਜਿਹੜੀਆਂ ਅਸੀਂ ਯਾਦ ਕਰ ਲਈਆਂ। ਪਰ ਕਹਿੰਦਾ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਜਿਨ੍ਹਾਂ ਦੀ ਤੁਸੀਂ ਉਡੀਕ ਕਰਦੇ ਹੋ ਉਹੀ ਨੇ। ਉਹਨੇ ਨਿਸ਼ਾਨੀਆਂ ਦੱਸੀਆਂ, ਕਹਿੰਦਾ ਹੋ ਸਕਦਾ ਇੱਦਾਂ ਦੇ ਹੋਰ ਵੀ ਹੋਣ। ਉਹਨੇ ਫਿਰ ਨਾਲ ਇੱਕ ਨਿਸ਼ਾਨੀ ਇਹ ਦੱਸੀ ਕਿ ਉਹਨਾਂ ਦੀਆਂ ਬਾਹਾਂ ਜਿਹੜੀਆਂ ਨੇ, ਆ ਜਾਨ ਬਾਹੋ, ਬਾਹਾਂ ਜਿਹੜੀਆਂ ਗੋਡਿਆਂ ਤੀਕ ਲੰਬੀਆਂ ਨੇ। ਪਰ ਇੱਕ ਕੰਮ ਕਰੀ, ਜੇ ਤੂੰ ਭਾਲ ਕਰਨ ਜਾਵੇਂਗਾ ਨਾ ਤੇ ਉਹਨਾਂ ਨੂੰ ਕਹੀਂ ਨਾ ਕਿ ਮੈਨੂੰ ਬਾਹਾਂ ਵਿਖਾਓ ਆਪਣੀਆਂ, ਉਹਨਾਂ ਨੂੰ ਇਹ ਗੱਲਾਂ ਕਹਿਣ ਨਾ ਲੱਗ ਪਈ ਜਾ ਕੇ। ਤੂੰ ਉਡੀਕ ਕਰੀ ਕਿਤੇ ਬਾਹਾਂ ਤੈਨੂੰ ਉਹਨਾਂ ਨੇ ਦਿਸ ਜਾਣ ਲੰਬੇਰੀਆਂ। ਆਪ ਖੁਦ ਨਾ ਵੇਖੀ, ਆਪ ਖੁਦ ਨਾ ਉਹਨਾਂ ਨੂੰ ਆਖੀ ਨਾ ਵੀ ਤੈਨੂੰ ਵਿਖਾਣ। ਖੁਦ ਇਹਨਾਂ ਨੇਤਰਾਂ ਦੇ ਨਾਲ ਜਦੋਂ ਕਿਤੇ ਉਹ ਬਾਹਾਂ ਲਮਕਾਣਗੇ ਤੇ ਫੇਰ ਉਹਨਾਂ ਨੂੰ ਵੇਖ ਲਵੀ। ਜਦੋਂ ਪਲਮਣਗੀਆਂ ਉਦੋਂ ਇਹਨਾਂ ਨੂੰ ਤੂੰ ਵੇਖੀ। ਇੱਦਾਂ ਉਹ ਰਿਖੀ ਜਿਹੜਾ ਸਾਰੀਆਂ ਗੱਲਾਂ ਇਹਨੂੰ ਸਮਝਾਈ ਜਾਂਦਾ। ਉਹ ਫਿਰ ਨਾ ਉਸ ਦਿਨ ਤੋਂ ਨਾ ਉਹ ਵੀ ਉਦਾਸ ਹੋ ਗਿਆ। ਪਹਿਲਾਂ ਜਾਂਦਾ ਸੀ ਤੇ ਪਿਆਰੋ ਗਊਆਂ ਸਾਰਾ ਦਿਨ ਚਾਰਦਾ, ਫਿਰ ਵਾਪਸ ਆ ਕੇ ਸੇਵਾ ਕਰਦਾ ਸੀ। ਪਰ ਹੁਣ ਜਿਹੜਾ ਬਰਸਾਤਾਂ ਦੇ ਮੌਸਮ ਵਿੱਚ ਇਹਨੇ ਘਾਹ ਵੱਢ ਕੇ ਗੱਠੀਆਂ ਬੰਨ੍ਹ ਕੇ ਰੱਖਿਆ ਹੁੰਦਾ ਸੀ, ਗੱਠਾਂ ਬੰਨ੍ਹ ਕੇ, ਉਹਦੇ ਵਿੱਚੋਂ ਕਈ ਵਾਰੀ ਘਾਹ ਪਾ ਦਿੰਦਾ ਤੇ ਥੋੜ੍ਹਾ ਜਿਹਾ ਲੈ ਆ ਕੇ ਪਾ ਦਿੰਦਾ। ਤੇ ਫਿਰ ਥੋੜ੍ਹੀ ਦੂਰ ਤੱਕ ਚਲਿਆ ਜਾਂਦਾ ਰਿਖੀ ਨੂੰ ਦੱਸ ਕੇ ਕਿ ਮੈਂ ਹੁਣ ਦੇਖ ਕੇ ਆਉਣਾ, ਸ਼ਾਇਦ ਕਿਤੇ ਆਉਂਦੇ ਹੋਣ ਤੁਹਾਨੂੰ ਮਿਲਣ ਵਾਸਤੇ। ਉਹਨੇ ਇੱਦਾਂ ਲਾਗੇ ਲਾਗੇ ਜਾ ਕੇ ਵਾਪਸ ਆ ਜਾਣਾ। ਅੱਜ ਇੱਦਾਂ ਦਾ ਦਿਨ ਆਇਆ ਕਿ ਰਿਖੀ ਜਿਹੜਾ ਪਿਆਰਿਓ ਜਿਹੜਾ ਬਹਿ ਜਾਂਦਾ ਸੀ, ਧਿਆਨ ਲਾਉਂਦਾ ਸੀ, ਅੱਜ ਲੰਮੇ ਪੈ ਗਏ। ਬਹਿਣ ਜੋਗਾ ਸਰੀਰ ਨਹੀਂ ਰਿਹਾ, ਹੁਣ ਲੰਮੇ ਪੈ ਗਏ। ਸੱਤਿਆ ਜਦੋਂ ਅੰਦਰੋਂ ਨਿਕਲਦੀ ਹੈ, ਜਦੋਂ ਅੰਦਰੋਂ ਪਿਆਰਿਓ ਉਹ ਜੋਤ ਜਿਹੜੀ ਨਿਕਲਦੀ ਹੈ, ਉਹਦਾ ਜਿਹੜਾ ਤਾਣ ਬਖਸ਼ਿਆ ਹੋਇਆ ਜਦੋਂ ਨਿਕਲਦਾ ਤਾਂ ਸਰੀਰ ਨਿਢਾਲ ਹੋਣਾ ਸ਼ੁਰੂ ਹੋ ਜਾਂਦਾ। ਆਪਣੇ ਆਪ ਹੀ ਮਾਸ ਜਿਹੜਾ ਹੱਡੀਆਂ ਨੂੰ ਛੱਡਣਾ ਸ਼ੁਰੂ ਕਰ ਦਿੰਦਾ, ਚਮੜੀ ਜਿਹੜੀ। ਇੱਦਾਂ ਦਾ ਉਹਦਾ ਹਾਲਤ ਉਹਦੀ ਇੱਦਾਂ ਦੀ ਹੋ ਗਈ। ਲੇਟ ਗਿਆ। ਇਹ ਕਰਦਿਆਂ ਥੋੜ੍ਹੀਆਂ ਬਹੁਤੀਆਂ ਗੱਲਾਂ ਕਰਦਿਆਂ ਹੁਣ ਗੱਲਾਂ ਬੋਲਣਾ ਵੀ ਬੰਦ ਹੋ ਗਿਆ। ਤੇ ਉਹਨੂੰ ਆਪਣੀ ਮਾਂ ਯਾਦ ਆਉਂਦੀ ਹੈ ਕਿ ਇਹੋ ਜਿਹਾ ਸਮਾਂ ਸੀ। ਮੇਰੀ ਮਾਂ ਦੀ ਹਾਲਤ ਵੀ ਇੱਦਾਂ ਦੀ ਸੀ ਕਿ ਉਹਦੇ ਕੋਲੋਂ ਮੰਜੇ ਤੋਂ ਉਹਦੇ ਕੋਲੋਂ ਉੱਠਿਆ ਨਹੀਂ ਸੀ ਜਾਂਦਾ, ਤੇ ਜੇ ਉਹ ਉੱਠ ਪੈਂਦੀ ਸੀ ਤੇ ਤੁਰ ਫਿਰ ਨਹੀਂ ਸੀ ਸਕਦੀ। ਉਹਦੇ ਵੀ ਜ਼ੁਬਾਨ ਫਿਰ ਬੰਦ ਹੋ ਗਈ ਸੀ। ਇੱਦਾਂ ਉਹਦੀ ਜਾਨ ਨਿਕਲੀ ਤੇ ਬੜਾ ਬੈਰਾਗ ਵਿੱਚ ਆਇਆ ਤੇ ਕਹਿੰਦਾ ਮੈਂ ਜਾ ਕੇ ਆਉਂਦਾ ਵਾਂ, ਸ਼ਾਇਦ ਕਿਤੇ
ਉਹਨਾਂ ਨੂੰ ਸੱਦੜਾ ਤੁਹਾਡਾ ਜਿਹੜਾ ਆ ਸੁਣ ਜਾਵੇ, ਉਹਨਾਂ ਨੂੰ ਤੁਹਾਡਾ ਸੁਨੇਹਾ ਮਿਲਦਾ ਹੋਵੇ ਤੇ ਆਉਂਦੇ ਹੋਣਗੇ, ਮੈਂ ਜਲਦੀ ਦੇ ਨਾਲ ਉਹਨਾਂ ਨੂੰ ਲੈ ਕੇ ਆਉਂਦਾ। ਇਹਨੂੰ ਕਹਿੰਦੇ ਆਵਾਜ਼ ਵੀ ਇੱਦਾਂ ਪਈ, ਆ ਗਿਆ, ਫਿਰ ਆ ਗਿਆ 3-4 ਵਾਰੀ ਆਵਾਜ਼ ਆਈ, ਪਰ ਬਾਹਰ ਨਿਕਲ ਕੇ ਵੇਖਦਾ ਕਿ ਉਹ ਕਿਸੇ ਜਾਨਵਰ ਦੀ ਆਵਾਜ਼ ਆ, ਉਹ ਕਿਸੇ ਜਾਨਵਰ ਦੀ ਆਵਾਜ਼ ਆ ਜਿਹੜੀ ਪਹਾੜਾਂ ਦੇ ਵਿੱਚ ਵੱਜ ਕੇ ਆਉਂਦੀ। ਸੋ ਮੇਰੇ ਕਹਿਣ ਦਾ ਭਾਵ ਪਿਆਰਿਓ, ਨੇ ਬੜਾ ਯਤਨ ਕੀਤਾ, ਫਿਰ ਬਾਹਰ ਨਿਕਲ ਗਿਆ ਉੱਥੋਂ ਮਹਾਰਾਜ ਨੂੰ ਲੱਭਣ ਵਾਸਤੇ। ਚਲਦਿਆਂ ਜਿੱਥੇ ਵਸੋਂ ਹੈ, ਲੋਕ ਵਸਦੇ ਨੇ, ਉੱਧਰ ਨੂੰ ਆ ਗਿਆ। ਲੋਕਾਂ ਕੋਲੋਂ ਜਦੋਂ ਪੁੱਛਦਾ ਕਿ ਇੱਦਾਂ ਦਾ ਕੋਈ ਅਵਤਾਰ ਵੇਖਿਆ, ਕੋਈ ਅਵਤਾਰ ਤੁਸੀਂ ਇੱਦਾਂ ਦਾ ਵੇਖਿਆ ਜਿਹਦੀਆਂ ਬਾਹਾਂ ਗੋਡਿਆਂ ਤੀਕ ਹੋਣ? ਜਦੋਂ ਇੱਦਾਂ ਦੀਆਂ ਗੱਲਾਂ ਕਰਦਾ ਤੇ ਲੋਕ ਸਮਝਦੇ ਨੇ ਸਿੱਧੜ ਜਿਹਾ, ਝੱਲਾ ਜਿਹਾ, ਤੇ ਹੈ ਵੀ ਭੋਲਾ ਸੀ ਪਿਆਰਿਓ। ਤੇ ਲੋਕ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਸਮਝ ਨਹੀਂ ਸੀ ਸਕਦੇ, ਇਸ ਕਰਕੇ ਧਿਆਨ ਨਹੀਂ ਦਿੰਦੇ ਇਹਦੇ ਵੱਲ। ਫਿਰ ਸਮਾਂ ਬੀਤਦਾ, ਜਿਵੇਂ ਟਾਈਮ ਲੰਘਦਾ ਗਿਆ, ਤੇ ਉਧਰੋਂ ਪਿਆਰਿਓ ਜੰਗਲ ਦੇ ਵਿੱਚ 3-4 ਬੰਦਿਆਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ। ਦੌੜਿਆ ਉਸ ਪਾਸੇ ਨੂੰ ਕਿ ਖੌਰੇ ਉਹੀ ਹੋਣਗੇ। ਨੇੜੇ ਗਿਆ, ਜਦੋਂ ਘੋੜਿਆਂ ਨੂੰ ਕੋਈ ਪਾਣੀ ਪਿਆ ਰਿਹਾ ਨੇੜੇ, ਤੇ ਕੁਝ ਬੰਦੇ ਬੈਠੇ ਨੇ ਤੇ ਚੌਪੜ ਵਿਛਾ ਕੇ ਖੇਡਦੇ ਪਏ ਨੇ। ਇੱਕ ਜਿਹੜਾ ਸੀ, ਉਹਦਾ ਚਿਹਰਾ ਜਿਹੜਾ ਬੜਾ ਚਮਕਦਾ ਸੀ। ਇਹਨੇ ਸੋਚਿਆ ਖੌਰੇ ਉਹੀ ਨੇ। ਨੇੜੇ ਨਹੀਂ ਗਿਆ, ਉੱਥੇ ਖੜਾ ਵੇਖੀ ਜਾਂਦਾ, ਤੇ ਇਹਨਾਂ ਚੋਂ ਇੱਕ ਆਇਆ, ਕਹਿਣ ਲੱਗਾ ਪਰਾਂ ਹਟ। ਜਦੋਂ ਇਹਨੂੰ ਆਖਿਆ ਨਾ ਪਰਾਂ ਹਟ, ਬੜਾ ਹੋਰ ਤਰ੍ਹਾਂ ਮਹਿਸੂਸ ਹੋਇਆ, ਕਿਉਂਕਿ ਅੱਜ ਤੱਕ ਇਹ ਬੋਲ ਸੁਣਿਆ ਹੀ ਨਹੀਂ ਸੀ ਇਹਨੇ ਕਿ ਪਰਾਂ ਹੋ ਜਾ, ਪਰਾਂ ਨੂੰ ਹੋ ਜਾ, ਸਾਈਡ ਨੂੰ। ਅੱਜ ਤੱਕ ਸੁਣਿਆ ਨਹੀਂ ਸੀ, ਬੜਾ ਹੋਰ ਤਰ੍ਹਾਂ ਲੱਗਾ। 2 ਕਦਮ ਸਾਈਡ ਨੂੰ ਹੋ ਕੇ ਪਰ ਵੇਖੀ ਉਧਰ ਨੂੰ ਜਾਂਦਾ ਕਿ ਕਦੋਂ ਇਹ ਖੜੇ ਹੋਣਗੇ ਤੇ ਇਹਨਾਂ ਦੀਆਂ ਮੈਂ ਬਾਹਾਂ ਵੇਖਾਂ ਕਿੱਥੋਂ ਤੱਕ ਨੇ, ਕਿੰਨੀਆਂ ਲੰਬੀਆਂ ਨੇ। ਕਹਿ ਸਕਦਾ ਨਹੀਂ ਕਿ ਉੱਠੋ, ਕਹਿ ਸਕਦਾ ਨਹੀਂ ਕਿ ਮੈਨੂੰ ਬਾਹਾਂ ਵਿਖਾਓ, ਬਸ ਵੇਖੀ ਜਾਂਦਾ ਨਿਗਾਹ ਲਾ ਕੇ। ਥੋੜ੍ਹੇ ਸਮੇਂ ਬਾਅਦ ਸਾਧ ਸੰਗਤ ਜੀ ਜਦੋਂ ਉੱਠ ਕੇ ਖੜੇ ਹੋਏ ਤੇ ਇਹ ਨਿਰਾਸ਼ ਹੋ ਗਿਆ। ਕਿਉਂਕਿ ਬਾਹਾਂ ਆਮ ਬਾਹਾਂ ਹੀ ਸਨ। ਫਿਰ ਉਹ ਉਡੀਕਾਂ ਦੇ ਵਿੱਚ ਉਦਾਸ ਹੋ ਗਿਆ, ਪਰ ਆਸ ਨਹੀਂ ਛੱਡੀ, ਨਿਰਾਸ਼ ਨਹੀਂ ਹੋਇਆ, ਫਿਰ ਵੀ ਲੱਭਦਾ। ਅਖੀਰ ਜਦੋਂ ਵਾਹ ਹੋ ਗਈ ਪਿਆਰਿਓ, ਤੇ ਵਾਪਸ ਨੂੰ ਮੁੜਦਾ ਕਿ ਮੈਂ ਰਿਖੀ ਜੀ ਨੂੰ ਛੱਡ ਕੇ ਆ ਗਿਆ, ਖੋਰੇ ਉਹਨਾਂ ਨੂੰ ਲੋ ਦੀ ਲੋੜ ਹੋਵੇ, ਮੈਂ ਨੇੜੇ ਹੁੰਦਾ ਤੇ ਦੀਵਾ ਜਗਾ ਦਿੰਦਾ, ਮੈਂ ਨੇੜੇ ਹੁੰਦਾ ਤੇ ਦੀਵਾ ਜਗਾ ਦਿੰਦਾ, ਰੋਸ਼ਨੀ ਤੇ ਕਰ ਦਿੰਦਾ। ਮੈਂ ਉਹਨਾਂ ਨੂੰ ਮੈਂ ਐਵੇਂ ਛੱਡ ਕੇ ਇੱਧਰ ਭਟਕਣ ਆ ਗਿਆ। ਜਿਹੜੇ ਕਾਰਜ ਆਇਆ ਉਹ ਕਾਰਜ ਵੀ ਨਹੀਂ ਸਵਰਿਆ। ਜਦੋਂ ਇਹਨੇ 2 ਕਦਮ ਪਿੱਛੇ ਨੂੰ ਪੁੱਟੇ ਤੇ ਹੋਰ ਆਵਾਜ਼ ਆਉਂਦੀ ਆ ਘੋੜਿਆਂ ਦੀ। ਉਹ ਆਵਾਜ਼ ਸਾਧ ਸੰਗਤ ਸੁਣੀ ਤੇ ਉਹਨਾਂ ਦੇ ਵਿੱਚ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਰਾਜੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖਿਆ ਤੇ ਇੱਕਦਮ ਇਹਨੂੰ ਚਾਅ ਜਿਹਾ ਚੜਿਆ, ਦੌੜ ਕੇ ਗਿਆ। ਹੁਣ ਕੁਝ ਨਹੀਂ, ਹੁਣ ਇਹਨੂੰ ਭੁੱਲ ਗਿਆ ਕਿ ਮੈਨੂੰ ਕਿਸੇ ਨੇ ਆਖਿਆ ਸੀ ਪਰਾਂ ਹਟ, ਜਾਂ ਮੈਨੂੰ ਕਿਸੇ ਨੇ ਆਖਿਆ ਸੀ ਬਾਹਾਂ ਨਾ ਵੇਖੀ, ਜਾ ਕੇ ਉਹਨਾਂ ਨੂੰ ਆਖੀ ਨਾ ਕੁਝ। ਬਸ ਦੌੜ ਗਿਆ, ਕਿਉਂਕਿ ਬਾਹਾਂ ਵੇਖ ਲਈਆਂ ਗੁਰੂ ਸਾਹਿਬ ਦੀਆਂ, ਮਹਾਰਾਜ ਦਾ ਚਿਹਰਾ ਵੇਖ ਲਿਆ, ਉਹਨੂੰ ਚਿਹਰੇ ਤੋਂ ਹੀ ਸ਼ੱਕ ਪੈ ਗਿਆ ਕਿ ਹਾਂ ਇਹੀ ਨੇ। ਨੇੜੇ ਗਿਆ ਦੌੜ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਤੁਸੀਂ ਉਹੀ ਹੋ। ਅਵਤਾਰ ਵੀ ਨਹੀਂ ਕਹਿੰਦੇ ਮੂੰਹ ਚੋਂ ਨਿਕਲਦਾ, ਉਤਾਰ ਹੋ ਤੁਸੀਂ, ਉਤਾਰ, ਤੁਸੀਂ ਗੁਰੂ ਹੋ, ਤੁਹਾਨੂੰ ਮੈਂ ਲੱਭਦਾ ਪਿਆ। ਉਹ ਰਿਖੀ ਦਾ ਸਾਰਾ ਸੁਨੇਹਾ ਦਿੱਤਾ, ਜਿਵੇਂ ਨੇ ਲਾਈਨਾਂ ਯਾਦ ਕੀਤੀਆਂ ਸਨ ਕਿ ਮੇਰੇ ਕੋਲ ਧਨ ਹੁੰਦਾ ਤੇ ਮੈਂ ਤੁਹਾਨੂੰ ਲੱਭ ਲੈਂਦਾ, ਜੇ ਮੇਰੇ ਕੋਲ ਮਨੁੱਖ ਹੁੰਦੇ ਤੁਹਾਡੀ ਭਾਲ ਕਰ ਲੈਂਦਾ, ਜੇ ਮੇਰੇ ਸਰੀਰ ਵਿੱਚ ਤਾਕਤ ਹੁੰਦੀ ਤੇ ਮੈਂ ਖੁਦ ਤੁਹਾਨੂੰ ਲੱਭਦਾ, ਜਾ ਕੇ ਤੁਹਾਨੂੰ ਖੁਦ ਆਣ ਕੇ ਮਿਲ ਲੈਂਦਾ। ਮੈਂ ਤਰਸਦਾ ਰਿਹਾ ਤੁਹਾਡੇ ਦੀਦਾਰ ਵਾਸਤੇ, ਪਰ ਮੈਂ ਇੱਦਾਂ ਹੀ ਅੱਜ ਬਿਨਾਂ ਤੁਹਾਡੇ ਦਰਸ਼ਨਾਂ ਤੋਂ ਹੀ ਇਸ ਸੰਸਾਰ 'ਚੋਂ ਕੂਚ ਕਰਨ ਲੱਗਾ। ਮੇਰੀ ਬੌੜੀ ਕਰਨੀ, ਮੇਰਾ ਭਲਾ ਕਰਨਾ। ਇਹ ਸਾਰੀਆਂ ਗੱਲਾਂ ਜਦੋਂ ਸੁਣਾਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਂਦੇ ਇਹਦੀਆਂ ਗੱਲਾਂ ਸੁਣੀ ਜਾਂਦੇ। ਇਹਨੇ ਪਿਆਰ ਵਿੱਚ, ਭੋਲੇਪਨ ਵਿੱਚ ਕਈ ਵਿਚਾਰਾਂ ਗੁਰੂ ਸਾਹਿਬ ਨੂੰ ਸੁਣਾਈਆਂ, ਗੱਲਾਂ ਸੁਣਾਈਆਂ, ਮਹਾਰਾਜ ਸੁਣਦੇ ਰਹੇ। ਅਖੀਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਚੱਲ ਰਿਖੀ ਦੇ ਕੋਲ ਚੱਲੇ। ਕਹਿਣ ਲੱਗਾ ਜੀ ਉਹ ਤੇ ਮਰ ਗਿਆ ਹੁਣ, ਉਹ ਤੇ ਹੁਣ ਮਰ ਗਿਆ ਹੋਣਾ ਏ, ਬਸ ਮੈਂ ਸੁਨੇਹਾ ਦੇਣਾ ਸੀ, ਸੁਨੇਹਾ ਤੁਹਾਨੂੰ ਦੇ ਦਿੱਤਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਮਿਲਾ ਦੇ, ਅਸੀਂ ਦੇਖਣਾ ਚਾਹੁੰਦੇ ਹਾਂ, ਮਿਲਾ ਦੇ। ਅੱਗੇ ਲੱਗ ਕੇ ਚੱਲ ਪਿਆ, ਗੁਰੂ ਸਾਹਿਬ ਜੀ ਨਾਲ ਚਲੇ ਗਏ।
ਜਿੱਥੇ ਉਹਨੇ ਉਹ ਰਹਿਣ ਵਾਸਤੇ ਘਰ ਬਣਾਇਆ ਸੀ ਉੱਥੇ ਚਲੇ ਗਏ। ਪਹੁੰਚੇ ਜਦੋਂ ਤੇ ਰਖੀ ਜਿਹੜਾ ਪਿਆਰਿਓ ਲੇਟਿਆ ਜ਼ਮੀਨ ਦੇ ਉੱਪਰ, ਸ਼ੇਰ ਦੀ ਖਾਲ ਇੱਕ ਜਿਵੇਂ ਪਈ ਹੁੰਦੀ ਹੈ ਉਹਦੇ ਉੱਪਰ ਉਹ ਲੇਟਿਆ। ਲੇਟ ਕੇ ਤੇ ਸਾਧ ਸੰਗਤ ਜੀ ਇੱਦਾਂ ਲੱਗਦਾ ਕਿ ਜਿਵੇਂ ਸਾਹ ਵੀ ਨਹੀਂ ਹੁੰਦੇ, ਅੰਦਰ ਮੁੱਕ ਚੁੱਕਾ। ਉਹ ਬਾਲਕ ਕਹਿੰਦਾ ਜੇ ਮਰ ਗਿਆ, ਖਤਮ ਹੋ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇੜੇ ਜਾ ਕੇ ਤੇ ਪਿਆਰਿਓ ਉਹ ਜਿਹੜਾ ਉਹਦੇ ਗਰਦਨ ਸੀ ਨਾ, ਉਹਦੇ ਸਾਧ ਰਗਾਂ ਦੇ ਲਾਗੇ ਜਾ ਕੇ ਸਤਿਗੁਰੂ ਪਾਤਸ਼ਾਹ ਹੱਥ ਫੇਰਨ ਲੱਗ ਪਏ ਨੇ। ਰਾਜਾ ਕਹਿੰਦਾ ਸਤਿਗੁਰੂ ਜੀ ਮੇਥੋਂ ਭੁੱਲ ਹੋ ਗਈ। ਮਹਾਰਾਜ ਮੇਰਾ ਤੁਹਾਡੇ ਨਾਲ ਮਿਲਾਪ ਹੋਇਆ। ਮੇਦਨੀ ਪ੍ਰਕਾਸ਼ ਕਹਿੰਦਾ ਇਹਨੇ ਕਰਾਇਆ, ਤੁਹਾਡੇ ਬਾਰੇ ਗਿਆਨ ਇਹਨੇ ਦਿੱਤਾ ਮੈਨੂੰ, ਪਰ ਇਹ ਕਹਿੰਦਾ ਸੀ ਮੈਨੂੰ ਵੀ ਦਰਸ਼ਨ ਕਰਾ ਦੀ, ਪਰ ਮਹਾਰਾਜ ਮੈਂ ਭੁੱਲ ਗਿਆ। ਸੱਚੇ ਪਾਤਸ਼ਾਹ ਇਹ ਵਿਚਾਰਾ ਦਰਸ਼ਨ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਰਾਜਾ ਇਧਰਲੇ ਪਾਸੇ ਆ ਕੇ ਤੇ ਇਹਦੇ ਹੱਥ ਮਲਣੇ ਸ਼ੁਰੂ ਕਰ। ਤੇ ਨਾਲ ਦੇ ਬੰਦਿਆਂ ਨੂੰ ਕਹਿ ਦਿੱਤਾ ਤੁਸੀਂ ਇਹਦੇ ਪੈਰਾਂ ਦੀ ਮਾਲਿਸ਼ ਕਰੋ। ਜਿਵੇਂ ਜਿਵੇਂ ਮਾਲਿਸ਼ ਕਰਦੇ ਨੇ ਗਰਮੀ ਆਉਂਦੀ ਜਾਂਦੀ ਆ ਤੇ ਪਿਆਰਿਓ ਉਹਦੀਆਂ ਅੱਖਾਂ ਖੁੱਲ੍ਹ ਗਈਆਂ। ਉਹਦਾ ਸਾਹ ਜਿਹੜਾ, ਕਿਉਂਕਿ ਸਰੀਰ ਠੰਡਾ ਪੈ ਚੁੱਕਾ ਸੀ, ਇੱਕਦਮ ਸਰੀਰ ਠੰਡਾ ਹੋ ਚੁੱਕਾ। ਪਰ ਕਲਗੀਧਰ ਪਾਤਸ਼ਾਹ ਜੀ ਦੇ ਕਹਿਣ ਤੇ ਜਦੋਂ ਉਹਦੇ ਹੱਥਾਂ ਪੈਰਾਂ ਨੂੰ ਮਲਿਆ ਗਿਆ, ਗੁਰੂ ਸਾਹਿਬ ਖੁਦ ਵੀ ਉਹਦੀ ਛਾਤੀ ਤੇ ਹੱਥ ਫੇਰ ਕੇ ਤੇ ਉਹਨੂੰ ਗਰਮੈਸ਼ ਦਿੰਦੇ, ਨਿੱਘ ਦਿੰਦੇ ਨੇ। ਜਿਵੇਂ ਜਿਵੇਂ ਉਹ ਨਿੱਘ ਆਉਂਦਾ ਪਿਆਰਿਓ, ਸਾਹ ਧੜਕਣ ਜਿਹੜੀ ਆ ਨੋਰਮਲ ਹੁੰਦੀ ਜਾਂਦੀ, ਨੇਤਰ ਖੁੱਲ੍ਹ ਗਏ ਤੇ ਗੁਰੂ ਜੀ ਦੇ ਨੇ ਦੀਦਾਰ ਕਰ ਲਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਸੀ ਕਿ ਤੁਸੀਂ ਨਿਰਾਸ਼ ਨਹੀਂ ਕਰਦੇ ਪਿਆਰਿਆਂ ਨੂੰ। ਮੈਨੂੰ ਪਤਾ ਸੀ ਮਹਾਰਾਜ ਕਿ ਤੁਸੀਂ ਆਓਗੇ ਤੇ ਮੈਨੂੰ ਦੀਦਾਰ ਦੇਵੋਗੇ। ਸੱਚੇ ਪਾਤਸ਼ਾਹ ਹੁਣ ਮੇਰਾ ਜੀਵਨ ਜਿਹੜਾ ਸਫਲ ਹੋ ਗਿਆ, ਮੈਨੂੰ ਆਗਿਆ ਦਿਓ। ਮੇਰਾ ਅੰਤ ਆ ਗਿਆ, ਅੰਤਲਾ ਸਮਾਂ ਮੇਰਾ ਆ ਗਿਆ, ਮੈਨੂੰ ਆਗਿਆ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਰਖੀ ਜੀ ਅਜੇ ਨਹੀਂ, ਤੁਸੀਂ ਸਾਡੇ ਨਾਲ ਜਾਣਾ, ਸਾਡੇ ਨਿਵਾਸ ਸਥਾਨ 'ਤੇ ਚਲੋ, ਉੱਥੇ ਸਾਰਿਆਂ ਨੂੰ ਦਿਖਾਵਾਂਗੇ ਤੁਹਾਡਾ ਅੰਤ ਜਿਹੜਾ, ਤੁਹਾਡਾ ਅੰਤਲਾ ਸਮਾਂ ਸਾਰੇ ਵੇਖਣਗੇ। ਮਾਰੇ ਕਹਿਣ ਲੱਗੇ। ਜਦੋਂ ਇਹ ਬਚਨ ਕੀਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ, ਜੋ ਇੱਕ ਨਾਲ ਪਾਲਕੀ ਲਿਆਂਦੀ ਸੀ ਪੀਨਸ, ਉਹਦੇ ਵਿੱਚ ਗੁਰੂ ਸਾਹਿਬ ਨੇ ਇਹਨੂੰ ਰਿਖੀ ਨੂੰ ਬਿਠਵਾਇਆ। ਤੇ ਉਹ ਜਿਹੜਾ ਬਾਲਕ ਸੀ ਉਹ ਬੜਾ ਉਦਾਸ ਹੋ ਗਿਆ ਤੇ ਰਿਖੀ ਨੂੰ ਲੈ ਕੇ ਚੱਲੇ ਨੇ, ਮੈਂ ਰਹਿ ਗਿਆ। ਇਹਦੇ ਮਨ ਵਿੱਚ ਕਈ ਵਾਰੀ ਆਉਣ ਡਿਆ ਸੀ, ਵਿਚਾਰ ਆਉਂਦੇ ਸੀ ਕਿ ਮੈਂ ਗੁਰੂ ਜੀ ਦੇ ਹੱਥ ਪਕੜਾਂ ਤੇ ਚੁੰਮਣ ਲੱਗ ਪਵਾਂ। ਇਹਨੇ ਕੀਤਾ ਵੀ ਇੱਦਾਂ, ਬੜਾ ਪਿਆਰ ਮਾਰੇ ਨੂੰ ਕੀਤਾ, ਵਾਰ-ਵਾਰ ਹੱਥ ਚੁੰਮਦਾ ਗੁਰੂ ਸਾਹਿਬ ਦੇ ਤੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਇਕੱਲਾ ਇੱਥੇ ਕੀ ਕਰਾਂਗਾ। ਮਹਾਰਾਜ ਮੈਂ ਤੇ ਇੱਥੇ ਇਕੱਲਾ ਰਹਾਂਗਾ, ਕਿਵੇਂ ਰਹਾਂਗਾ? ਅੱਗੇ ਤਾਂ ਰਿਖੀ ਸੀ, ਮੇਰਾ ਸਮਾਂ ਲੰਘਦਾ ਸੀ, ਪਰ ਮਹਾਰਾਜ ਮੈਂ ਨਹੀਂ ਰਹਿ ਸਕਦਾ ਇੱਥੇ ਇਕੱਲਾ, ਮਰ ਜਾਵਾਂਗਾ। ਪਾਤਸ਼ਾਹ ਕਹਿਣ ਲੱਗੇ ਚੱਲ ਫਿਰ ਆਪਣੀਆਂ ਗਊਆਂ ਲੈ ਲੈ ਨਾਲ, ਉੱਥੇ ਗਊਆਂ ਜਿਹੜੀਆਂ ਚਾਰਿਆ ਕਰੀ। ਮਹਾਰਾਜ ਨੂੰ ਕਹਿੰਦਾ ਜੀ ਮੈਂ ਉੱਥੇ ਗਊਆਂ ਚਾਰ ਲਿਆ ਕਰਾਂਗਾ ਤੇ ਤੁਹਾਡੀ ਦੁੱਧ ਦੀ ਸੇਵਾ ਕਰਿਆ ਕਰਾਂਗਾ। ਪਿਆਰਿਓ ਬਾਲਕ ਜਿਹੜਾ ਗਊਆਂ ਲੈ ਕੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਬੰਦੇ ਦੇ ਦਿੱਤੇ ਕਿ ਤੁਸੀਂ ਇਹ ਗਊਆਂ ਇਹਦੀਆਂ ਹਿੱਕ ਕੇ ਲਿਆਉਣੀਆਂ। ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਦੇ ਘੋੜੇ ਦੇ ਅੱਗੇ ਬਿਠਾ ਦਿੱਤਾ, ਸਿੱਖ ਦੇ ਨਾਲ ਘੋੜੇ ਤੇ ਉੱਪਰ ਅੱਗੇ ਬਿਠਾ ਦਿੱਤਾ। ਰਿਖੀ ਨੂੰ ਵੀ ਲੈ ਲਿਆ ਨਾਲ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੋਨਾਂ ਨੂੰ ਲੈ ਕੇ ਵਾਪਸ ਪਰਤੇ ਨੇ। ਇਹ ਪਿਆਰੇ ਵਿਚਾਰ ਸੀ ਕਿ ਜਦੋਂ ਕਿਤੇ ਗੁਰੂ ਸਾਹਿਬ ਨੂੰ ਕੋਈ ਪ੍ਰੇਮੀ ਯਾਦ ਕਰਦਾ ਤੇ ਮਹਾਰਾਜ ਜ਼ਰੂਰ ਬੋੜਦੇ, ਸਤਿਗੁਰੂ ਜ਼ਰੂਰ ਆਉਂਦੇ ਜ਼ਰੂਰ ਨੇ, ਭਾਵੇਂ ਸਮਾਂ ਲੱਗ ਜਾਵੇ, ਕਿਉਂਕਿ ਕਰਮ ਬਣਦੇ ਨੇ। ਸਮਾਂ ਜਿਹੜਾ ਕਰਮ ਜਿਹੜੇ ਜਿਵੇਂ ਦੇ ਕੀਤੇ ਹੁੰਦੇ ਨੇ ਉਹਦੇ ਅਨੁਸਾਰ ਹੀ ਸਮਾਂ ਆਉਂਦਾ ਆ।